ਜੀ ਦੇ ਭੇਟਾ ਪੁੱਤਰਾਂ ਦੀ ਜਦੋਂ ਗੁਰੂ ਕਲਗੀਆਂ ਵਾਲਾ ਤੁਰਿਆ। ਭੇਟਾ ਪੁੱਤਰਾਂ ਦੀ ਜਦੋਂ ਗੁਰੂ ਕਲਗੀਆਂ ਵਾਲਾ ਤੁਰਿਆ। ਤੇ ਭੇਟਾ ਪੁੱਤਰਾਂ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੁਰਿਆ। ਭੇਟਾ ਪੁੱਤਰਾਂ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੁਰਿਆ। ਕੋਈ ਬਾਦਾ ਚਲਦੀ ਨਾ ਹਿਰਦੇ ਵਿੱਚ ਇੰਦਰ ਦੇਵਤਾ ਘੁਰਿਆ। ਕੋਈ ਬਾਦਾ ਚਲਦੀ ਨਾ ਹਿਰਦੇ ਵਿੱਚ ਇੰਦਰ ਦੇਵਤਾ ਘੁਰਿਆ। ਕੋਈ ਬਾਦਾ ਚਲਦੀ ਨਾ ਹਿਰਦੇ ਵਿੱਚ ਇੰਦਰ ਦੇਵਤਾ ਘੁਰਿਆ। ਕੋਈ ਬਾਦਾ ਚਲਦੀ ਨਾ ਹਿਰਦੇ ਵਿੱਚ ਇੰਦਰ ਦੇਵਤਾ ਘੁਰਿਆ। ਬੱਦਲ ਗੁੱਸੇ ਦਾ ਜੀਵਨ ਬੱਦਲ ਗੁੱਸੇ ਦਾ ਲੱਗਿਆ ਵਿੱਚ ਅਰਸ਼ਾਂ ਦੇ ਗੜਕਣ। ਰਾਤ ਹਨੇਰੀ ਦੇ ਲੱਗੀ ਅੱਗ ਪਰਲੋਂ ਦੀ ਭੜਕਣ। ਵਿੱਚ ਰਾਤ ਹਨੇਰੀ ਦੇ ਲੱਗੀ ਅੱਗ ਪਰਲੋਂ ਦੀ ਭੜਕਣ। ਵਿੱਚ ਰਾਤ ਹਨੇਰੀ ਦੇ ਲੱਗ ਗਈ ਅੱਗ ਪਰਲੋਂ ਦੀ ਭੜਕਣ। ਵਿੱਚ ਰਾਤ ਹਨੇਰੀ ਦੇ ਲੱਗ ਗਈ ਅੱਗ ਪਰਲੋਂ ਦੀ ਭੜਕਣ। ਇੱਕ ਫੱਟੜ ਛਾਤੀ ਸੀ ਗੁਰਾਂ ਦਾ ਪੈਰ ਉਸ ਵਿੱਚ ਪੈ ਗਿਆ। ਇੱਕ ਫੱਟੜ ਛਾਤੀ ਸੀ ਗੁਰਾਂ ਦਾ ਪੈਰ ਉਸ ਵਿੱਚ ਪੈ ਗਿਆ। ਫੱਟੜ ਛਾਤੀ ਸੀ ਸਤਿਗੁਰ ਦਾ ਪੈਰ ਉਸ ਵਿੱਚ ਪੈ ਗਿਆ। ਛਾਤੀ ਸੀ ਗੁਰਾਂ ਦਾ ਪੈਰ ਉਸ ਵਿੱਚ ਪੈ ਗਿਆ। ਘੋੜੇ ਤੇ ਚੜਦਿਆਂ ਦਾ ਫਸ ਕੇ ਪੈਰ ਜੁੱਤੀ ਦਾ ਰਹਿ ਗਿਆ। ਘੋੜੇ ਤੇ ਚੜਦਿਆਂ ਦਾ ਫਸ ਕੇ ਪੈਰ ਜੁੱਤੀ ਦਾ ਰਹਿ ਗਿਆ। ਗੁਰਦਿਲ ਵਿੱਚ ਸੋਚਣਿਆ ਗੁਰਦਿਲ ਵਿੱਚ ਸੋਚਣਿਆ ਵਾਹਿਗੁਰੂ ਇਹ ਕੀ ਪੈ ਗਈ ਅੜਚਣ। ਲੱਗ ਗਈ ਅੱਗ ਪਰਲੋਂ ਦੀ ਭੜਕਣ। ਵਿੱਚ ਰਾਤ ਹਨੇਰੀ ਦੇ ਲੱਗ ਗਈ ਅੱਗ ਪਰਲੋਂ ਦੀ ਭੜਕਣ। ਰਾਤ ਹਨੇਰੀ ਦੇ ਲੱਗ ਗਈ ਅੱਗ ਪਰਲੋਂ ਦੀ ਭੜਕਣ। ਵਿੱਚ ਰਾਤ ਹਨੇਰੀ ਦੇ ਲੱਗ ਗਈ ਅੱਗ ਪਰਲੋਂ ਦੀ ਭੜਕਣ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦਿਨ ਕੇ ਬੁਰਜਾ ਬੁਰਜਾ ਕੱਟ ਮਰੈ। ਕਬੂ ਨਾ ਛੱਡੈ ਖੇਤ। ਧੰਨ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੋ ਜਹਾਨ ਵਾਲੀ ਕਿਰਪਾ ਦੇ ਸਾਗਰ ਦਇਆ ਦੇ ਦਾਤੇ ਦਿਆਲੂ ਤੇ ਕਿਰਪਾਲੂ ਸਤਿਗੁਰੂ ਪੁੱਤਰਾਂ ਦੇ ਦਾਨੀ ਜਿਨ੍ਹਾਂ ਨੇ ਸਾਰਾ ਸਰਬੰਸ ਵਾਰ ਕੇ ਇਹ ਗੱਲ ਕਹਿ ਦਿੱਤੀ ਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਚਾਰ ਪੁੱਤਰ ਚਲੇ ਗਏ ਕੋਈ ਗੱਲ ਨਹੀਂ। ਸਿੱਖ ਕੌਮ ਦਾ ਬੂਟਾ ਸੀ ਸਿੱਖੀ ਸੁੱਕੀ ਜਾਂਦਾ। ਖੂਨ ਉਹਨਾਂ ਦਾ ਪਾ ਕੇ ਜਾ ਚੱਲਿਆ। ਇਸ ਸਿੱਖੀ ਦੇ ਉਸ ਮਹਾਨ ਬੂਟੇ ਨੂੰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਆਪਣੇ ਪਰਿਵਾਰ ਦੇ ਖੂਨ ਦੇ ਨਾਲ ਸਿੰਜਿਆ। ਜਿਸ ਬੂਟੇ ਦੀ ਆਪਾਂ ਰੋਜ਼ਾਨਾ ਅੰਮ੍ਰਿਤ ਵੇਲੇ ਛਾਂ ਵਿੱਚ ਬੈਠਦੇ ਹਾਂ ਆਨੰਦ ਮਾਣਦੇ ਹਾਂ। ਉਹਨਾਂ ਸ਼ਹੀਦ ਪੁੱਤਰਾਂ ਦੇ ਪਿਤਾ ਦੇ ਦਿਨ ਚੱਲ ਰਹੇ ਹਨ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਢਾਡੇ ਸਾਹਿਬ ਜੇ ਅਨੰਦਪੁਰ ਸਾਹਿਬ ਕਨੀ ਨਿਗਾਹ ਮਾਰੀਏ ਤਾਂ ਵੀ ਉਹਨਾਂ ਦੇ ਦਿਨ ਚੱਲ ਰਹੇ ਹਨ, ਕਿਉਂਕਿ ਹੋਲੇ ਮਹੱਲੇ ਦੇ ਦਿਨ ਸਮਾਪਤ ਹੋਏ ਤੇ ਨਾਲ ਦੀ ਨਾਲ ਵਿਸਾਖੀ ਦਾ ਫਿਰ ਇਹ ਪਵਿੱਤਰ ਤਿਉਹਾਰ ਆ ਜਾਂਦਾ ਹੈ।
ਸਾਬੋ ਕੀ ਤਲਵੰਡੀ ਕੰਨੀ ਨਿਗਾਹ ਮਾਰੀਏ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ 4 ਪੁੱਤਰ ਵਾਰ ਕੇ ਇਸ ਸਾਬੋ ਕੀ ਤਲਵੰਡੀ ਨੂੰ ਆ ਕੇ ਭਾਗ ਲਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਉਹਨਾਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਿਨ ਚੱਲ ਰਹੇ ਹਨ। ਆਓ ਮੈਂ ਇਹ ਧਾਰਨਾ ਸ਼ੁਰੂ ਕਰੀ ਹੈ। ਸਾਡੇ ਮਹਾਂਪੁਰਖ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਂਪੁਰਖ, ਇਹ ਉਹਨਾਂ ਦੀਆਂ ਕਲਮ ਬੰਦ 4 ਲਾਈਨਾਂ ਹਨ। ਘੋੜੇ ਜੋੜੇ ਤਾਜਬਾਜ ਵਿਨ ਪਾਈ ਗੜੀ ਚੋ ਚਾਲੇ, ਤਨ ਦੇ ਵਸਤਰ ਲੀਰਾਂ ਲੀਰਾਂ ਪੈਰਾਂ ਦੇ ਵਿੱਚ ਛਾਲੇ, ਸਿਰ ਤੇ ਫਰਜ਼ ਨਿਭਾ ਕੇ ਆਪਣਾ ਪੈ ਗਏ ਲੱਗ ਟਿਕਾਣੇ, ਬੁਰੇ ਛਲ ਪੁੱਤਰਾਂ ਦੇ ਜਿਹਨੂੰ ਚੋਟ ਲੱਗੇ ਸੋਈ ਜਾਣੇ। ਚਮਕੌਰ ਦੀ ਗੜੀ ਵਿੱਚ ਵੀ ਪੁੱਤਰਾਂ ਦੀ ਗੱਲ ਹੋ ਰਹੀ ਹੈ, ਸਰਸਾ ਤੇ ਵੀ। ਆਖਰੀ ਵਾਰੀ ਫਿਰ ਸੰਗਤ ਨੇ ਇਹ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਪੁੱਛਿਆ ਜਿਹੜੇ ਆਹ ਦਿਨ ਚੱਲ ਰਹੇ ਹਨ, ਮਹਾਰਾਜ ਤੁਹਾਡੇ ਪੁੱਤਰ ਕਿੱਥੇ ਆ? ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ, ਰਾਜਾ ਜੈ ਸਿੰਘ ਮਿਰਜ਼ਾ, ਸਾਰੇ ਆ ਕੇ ਉਹਨਾਂ ਨੇ ਪੁੱਛਣਾ ਕਰਿਆ, ਮਹਾਰਾਜ ਤੁਹਾਡੇ ਪੁੱਤਰ ਕਿੱਥੇ ਹੈ? ਤੇ ਮਹਾਰਾਜ ਕਹਿਣ ਲੱਗੇ 2-2 ਦੀਆਂ ਜੋੜੀਆਂ ਕਰਕੇ ਮੈਂ ਵਿਆਹ ਦਿੱਤੇ ਲਾੜੀ ਮੌਤ ਨਾਲ। ਇਸ ਕਰਕੇ ਆਓ ਚਮਕੌਰ ਦੀ ਗੜੀ ਵਿੱਚ 38 ਸਿੱਖ, 2 ਸਾਹਿਬਜ਼ਾਦੇ, 40 ਤੇ 41ਵੇਂ ਮਹਾਰਾਜ ਆਪ। ਭਾਵੇਂ ਚਲੋ ਅੱਡੋ ਅੱਡੀ ਵਿਦਵਾਨਾਂ ਦੀ ਰਾਏ, ਕੋਈ 40 ਸਿੱਖ ਲਿਖਦਾ ਹੈ, 2 ਸਾਹਿਬਜ਼ਾਦੇ, 42 ਤੇ 43ਵੇਂ ਮਹਾਰਾਜ ਆਪ। ਪਰ ਜਿਨ੍ਹਾਂ ਤੇ ਭਰੋਸਾ, ਸ਼ਰਧਾ, ਵਿਸ਼ਵਾਸ, ਜਿਨ੍ਹਾਂ ਨੇ ਕੁੱਟ ਖਾ ਕੇ 2 ਅੱਖਰ ਪੜ੍ਹੇ ਹੈ, ਅਸੀਂ ਉਹਨਾਂ ਦੀ ਗੱਲ ਹੀ ਸਿੱਧ ਕਰਦੇ ਹੁੰਦੇ ਹਾਂ। ਕੌਮ ਦੇ ਹੀਰੇ ਨਤੜਕ ਜਰਨੈਲ, ਕੀਰਤਨ ਦੇ ਧਨੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦੇ ਬੋਲ ਜਿਸ ਵਕਤ ਕਲਗੀਧਰ ਪਾਤਸ਼ਾਹ ਮਹਾਰਾਜ ਹਵੇਲੀ ਵਿੱਚ ਆ ਕੇ ਬੜੇ, ਰਾਤ ਦਾ ਸਮਾਂ, 7 ਪੋਹ ਦੀ ਰਾਤ ਹੈ। 7 ਪੋਹ ਦੀ ਰਾਤ, 7 ਪੋਹ ਦਾ ਦਿਨ ਮਹਾਰਾਜ ਗੜੀ ਵਿੱਚ ਰਹੇ। 8 ਪੋਹ ਦਾ ਦਿਨ, 8 ਪੋਹ ਦੀ ਰਾਤ ਚਮਕੌਰ ਦੀ ਗੜੀ ਵਿੱਚ ਰਹੇ। 9 ਪੋਹ ਅੰਮ੍ਰਿਤ ਵੇਲੇ ਉੱਠ 2 ਵਜੇ ਚਮਕੌਰ ਦੀ ਗੜੀ ਨੂੰ ਛੱਡ ਕੇ ਫਿਰ ਚਮਕੌਰ ਸਾਹਿਬ ਤੋਂ ਲੈ ਕੇ ਮਾਛੂਵਾੜੇ ਤੱਕ 30 ਕਿਲੋਮੀਟਰ ਦਾ ਸਫ਼ਰ ਹੈ, ਜਿਹਦੇ ਵਿੱਚ ਇੱਕ ਪਾਸੇ ਠੰਡ ਪੈ ਰਹੀ ਹੈ, ਦੂਜੇ ਪਾਸੇ ਮੁਗਲ ਫੜਦੇ ਨੇ, ਤੀਸਰੇ ਪਾਸੇ ਚੱਲਣਾ ਵਿੱਚ ਜੋੜਾ ਨਹੀਂ, ਚੌਥਾ ਕੋਈ ਉੱਤੇ ਬਸਤਰ ਨਹੀਂ, 5ਵਾਂ ਮੀਂਹ ਪੈ ਰਿਹਾ, ਠੱਕਾ ਚੱਲ ਰਿਹਾ ਹੈ, ਤੇ 6ਵਾਂ ਮਹਾਰਾਜ ਦੇ ਬਸਤਰ ਪਾਟੇ ਹੋਏ ਨੇ। ਤੇ ਸਭ ਤੋਂ ਆਖਰੀ ਜਿਹੜਾ ਔਖਾ ਸਮਾਂ ਸੀ ਉਹ ਸੀ ਕੱਲੀ ਤਲਵਾਰ ਸੀ ਹੱਥ ਵਿੱਚ ਬਿਨਾਂ ਮਿਆਨ ਤੋਂ। ਇੰਨੀਆਂ ਦੁੱਖ ਦੀਆਂ ਘੜੀਆਂ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜਾ ਰਹੇ ਸਨ, ਪਰ ਫਿਰ ਵੀ ਚਿਹਰਾ ਕਿਹੋ ਜਿਹਾ ਸੀ। ਫਿਰ ਆਪਣੇ ਖਾਲਸੇ ਨੂੰ ਸੰਬੋਧਨ ਕਰਕੇ ਬਾਰ-ਬਾਰ ਕਹਿ ਰਹੇ ਸੀ, ਭਾਵੇਂ 3 ਸਿੱਖਾਂ ਤੋਂ ਵੀ ਵਿਛੜ ਗਏ, ਕਹਿ ਰਹੇ ਸੀ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। 7 ਪੋਹ ਦਾ ਫਿਰ ਜੰਗ ਹੋਇਆ। ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਬੇਨਤੀ ਕਰੀ, ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਤਿਹਾਸ ਲਿਖਿਆ ਜਾਣਾ ਹੈ, ਉਸ ਲਿਖੇ ਹੋਏ ਇਤਿਹਾਸ ਦੇ ਵਿੱਚ ਕਿਤੇ ਸਾਡਾ ਨਾਂ ਨਹੀਂ ਆਉਣਾ। ਦੁਨੀਆ ਦੇ ਲੋਕਾਂ ਨੇ ਕਹਿਣਾ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਰਾਂ ਨੂੰ ਬਚਾ ਕੇ ਲੈ ਗਿਆ ਤੇ ਸਾਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 5 ਸਿੱਖਾਂ ਦਾ ਜਥਾ ਬਣਾ ਕੇ ਭੇਜਿਆ। ਪਹਿਲੇ ਸਿੱਖ ਦਾ ਜਥਾ ਬਣਾ ਕੇ ਭੇਜਿਆ ਬਾਬਾ ਹਿੰਮਤ ਸਿੰਘ ਜੀ, 5 ਪਿਆਰਿਆਂ ਦੇ ਮੁਖੀ। ਉਹਨਾਂ ਨੂੰ
ਜਿਨ੍ਹਾਂ ਨੇ ਪਰਮਾਤਮਾ ਨੂੰ ਬਸ ਵਿੱਚ ਕਰ ਲਿਆ। ਅੱਡੋ ਅੱਡੀ ਹੁੰਦਾ, ਕਿਸੇ ਨੇ ਪਰਮਾਤਮਾ ਨੂੰ ਗਾ ਕੇ ਬਸ ਵਿੱਚ ਕਰਿਆ, ਕਿਸੇ ਨੇ ਉਹਦੀ ਬੰਦਗੀ ਕਰਕੇ ਕਰਿਆ, ਕਿਸੇ ਨੇ ਕਿਹੜੇ ਲੋਟ ਕਰਿਆ। ਪਰ ਸਾਡੇ ਬਜ਼ੁਰਗ ਬਾਬਾ ਹਿੰਮਤ ਸਿੰਘ ਜੀ ਨੇ ਪਰਮਾਤਮਾ ਨੂੰ ਇਹੋ ਜਿਹੇ ਢੰਗ ਦੇ ਨਾਲ ਬੰਨ ਲਿਆ ਨਾ, ਜਿਹਨੂੰ ਕਹਿੰਦੇ ਪ੍ਰੇਮ ਦੇ ਸੰਗਲਾਂ ਦੇ ਨਾਲ ਬੰਨ ਲਿਆ। ਉਹ ਜਾਂਦੇ ਨੇ ਰੋਜ਼ ਸ਼ਿਕਾਰ ਕਰਨ ਵਾਸਤੇ, ਸਾਧੂ ਮਹਾਤਮਾ ਬੈਠੇ ਐ। ਇੱਕ ਦਿਨ ਜਾਂਦੇ ਜਾਂਦੇ ਸੁੱਕ ਗਏ, ਬਈ ਕਿਰਪਾ ਕਰੋ ਸਾਨੂੰ ਅੱਜ ਬਹੁਤੇ ਜਾਨਵਰ ਮਿਲ ਜਾਣ, ਅੱਧੇ ਜਾਨਵਰ ਮੈਂ ਸੰਤਾਂ ਦੀ ਭੇਟਾ ਕਰਕੇ ਜਾਊਂਗਾ। ਬਹੁਤੇ ਜਾਨਵਰ ਮਿਲ ਗਏ, ਅੱਧੇ ਲਿਆ ਕੇ ਸੰਤਾਂ ਦੀ ਭੇਟਾ ਕਰ ਦਿੱਤੀ। ਸੰਤਾਂ ਨੇ ਨਿਗਾਹ ਜਦੋਂ ਆਏ ਨੇਤਰ ਪ੍ਰਕਾਸ਼ ਕੀਆ, ਗੁਰਦੇਵ ਨੇਤਰ ਖੋਲੇ, ਵੇਖਿਆ ਢੇਰ ਲੱਗਿਆ ਪਿਆ ਜਾਨਵਰਾਂ ਦਾ। ਕੌਣ ਹੈ? ਮੈਂ ਫੰਦਕ ਹਾਂ। ਇਹ ਅਸੀਂ ਮਰੇ ਹੋਏ ਜਾਨਵਰ ਕੀ ਕਰਨੇ ਆ? ਮੈਂ ਤੁਹਾਡੀ ਸੁੱਖ ਕੇ ਗਿਆ ਸੀ, ਮੈਨੂੰ ਬਹੁਤੇ ਜਾਨਵਰ ਮਿਲ ਜਾਣ, ਅੱਧੇ ਤੁਹਾਨੂੰ ਦੇ ਦੂੰਗਾ। ਮਹਾਤਮਾ ਕਹਿਣ ਲੱਗੇ ਬਹੁਤ ਵੱਡਾ ਪਾਪ ਕੀਤਾ, ਚੰਗਾ ਇਉਂ ਕਰੀ, ਇਹ ਤਾਂ ਤੂੰ ਲੈ ਜਾ, ਤੇਰੀ ਸੁੱਖ ਪੂਰੀ ਹੋ ਗਈ। ਤੂੰ ਕੱਲ ਨੂੰ ਇਸ ਤਰ੍ਹਾਂ ਕਰੀ, ਇੱਕ ਅਸ਼ਟਭੁਜੀ, 8 ਭੁਜਾਂ ਨੇ ਭਾਵ ਉਹਦੇ, ਪੀਤੰਬਰ ਪੀਲੇ ਬਸਤਰ ਪਾਏ ਹੋਏ ਨੇ, ਪੀਲੇ ਰੰਗ ਦਾ ਜਾਨਵਰ ਹੈ, 8 ਭੁਜਾਂ ਨੇ। ਜੇ ਤੂੰ ਉਹ ਫੜ ਕੇ ਲਿਆਵੇਂ ਨਾ ਤੇ ਫੇਰ ਮੇਰੇ ਮਨ ਨੂੰ ਸ਼ਾਂਤੀ ਆਊ। ਉਹ ਜਿਹੜਾ ਫੰਦਕ ਸੀ ਅੰਮ੍ਰਿਤ ਵੇਲੇ ਲੈ ਕੇ ਜਾਲ ਜੰਗਲ ਵਿੱਚ ਚਲਿਆ ਗਿਆ। 8 ਭੁਜਾਂ ਵਾਲਾ ਤਾਂ ਕੋਈ ਜਾਨਵਰ ਨਹੀਂ ਹੁੰਦਾ। ਸਾਰਾ ਦਿਨ ਬੈਠਾ ਰਿਹਾ, ਜਿਹੜਾ ਵੀ ਕੋਈ ਜਾਨਵਰ ਫਸਦਾ ਉਹਨੂੰ ਕੱਢ ਦਿੰਦਾ ਹੈ। ਮੈਂ ਅਸ਼ਟਭੁਜੀ ਜਾਨਵਰ ਫੜ ਕੇ ਲੈ ਕੇ ਜਾਣਾ ਹੈ। 1 ਦਿਨ ਬੀਤ ਗਿਆ, 2 ਦਿਨ ਬੀਤ ਗਏ, 3 ਦਿਨ ਬੀਤ ਗਏ ਬੈਠਿਆਂ ਨੂੰ, 4 ਦਿਨ ਬੀਤ ਗਏ। ਅੱਜ ਨਾ ਕੋਈ ਪ੍ਰਸ਼ਾਦਾ ਪਾਣੀ ਛਕਿਆ, ਨਾ ਕੋਈ ਜਲ ਪਾਣੀ ਛਕਿਆ। ਫਿਰ ਪਰਮਾਤਮਾ ਨੂੰ 8 ਭੁਜਾਂ ਵਾਲਾ ਜਾਨਵਰ ਬਣ ਕੇ ਪੀਤੰਬਰ ਪੀਲੇ ਬਸਤਰ ਪਾ ਕੇ ਆਉਣਾ ਪਿਆ। ਆ ਕੇ ਉਹ ਜਾਲ ਦੇ ਵਿੱਚ ਫਸ ਗਿਆ ਪਰਮਾਤਮਾ, ਤੇ ਉਸ ਫੰਦਕ ਨੇ ਜਾਲ ਨੂੰ ਲਪੇਟ ਕੇ ਮੋਢੇ ਉੱਤੇ ਸੁੱਟ ਕੇ ਲਿਆ ਕੇ ਸੰਤਾਂ ਦੇ ਚਲਣਾ ਵਿੱਚ, ਆ ਦੇਖੋ 4 ਦਿਨਾਂ ਬਾਅਦ ਮਿਲਿਆ ਜਾਨਵਰ, ਲਓ ਸੰਭੋ। ਜਦੋਂ ਦੇਖਿਆ ਫੰਦਕ ਨੇ ਵੀ ਜਿਹੜਾ ਨਾ ਇਹ ਜਾਨਵਰ ਦੇ ਭੁਲੇਖੇ ਪਰਮਾਤਮਾ ਨੂੰ ਫੜ ਕੇ ਲਿਆਂਦਾ ਹੈ, ਨਾਲੇ ਤਾਂ ਮਹਾਤਮਾ ਨੂੰ ਖੁਸ਼ ਕੀਤਾ ਰੱਬ ਨੇ, ਨਾਲੇ ਉਸ ਫੰਦਕ ਨੂੰ ਜਿਹੜਾ ਉਹ ਖੁਸ਼ ਕੀਤਾ, ਵਰ ਦਿੱਤਾ। ਉਹ ਅਗਲਾ ਸਮਾਂ ਜਿਹੜਾ ਨਾ ਤੂੰ ਸਾਡੇ ਘਰ ਹੀ ਜਿਹੜਾ ਅਵਤਾਰ ਧਾਰਨ ਕਰੇਗਾ, ਆਉਣ ਵਾਲੇ ਸਮੇਂ ਵਿੱਚ ਤੈਥੋਂ ਫੇਰ ਕੰਮ ਲੈਣਾ। ਉਹ ਸੀ ਸਨ ਭਾਈ ਬਾਬਾ ਹਿੰਮਤ ਸਿੰਘ ਜੀ। ਪਹਿਲਾ ਜਥਾ ਤੋੜ ਦਿੱਤਾ, ਦੂਜਾ ਜਥਾ ਫੇਰ ਤੋੜ ਦਿੱਤਾ, 10 ਸਿੰਘ ਸ਼ਹੀਦ ਹੋ ਗਏ। 38 ਸਿੱਖ ਸੀ, 28 ਰਹਿ ਗਏ ਕੇਵਲ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਉਹ ਮੈਦਾਨੇ ਜੰਗ ਵਿੱਚ ਜਾਣ ਵਾਸਤੇ ਛੁੱਟੀ ਮੰਗਦੇ ਨੇ, ਕਿਰਪਾ ਕਰੋ ਸਾਨੂੰ ਵੀ ਛੁੱਟੀ ਦੇ ਦਿਓ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਉਹਨਾਂ ਦੇ ਦਿਨ ਚੱਲ ਰਹੇ ਹਨ, ਇਹਨਾਂ ਦਿਨਾਂ 'ਚ ਜਾਓ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜਾਓ ਸਾਬੋ ਕੀ ਤਲਵੰਡੀ। ਅੱਜ 9 ਤਰੀਕ ਹੋ ਗਈ ਤੇ 11, 12, 13 ਦਾ ਖਾਲਸੇ ਦਾ ਉਹ ਪਾਵਨ ਪਵਿੱਤਰ ਅਵਤਾਰ ਦਿਹਾੜਾ, ਜਨਮ ਦਿਹਾੜਾ ਖਾਲਸੇ ਦਾ। ਅੱਜ ਜਾਓ ਉੱਥੇ ਜਾ ਕੇ ਪਤਾ ਕਰੋ ਤੇ ਆਨੰਦਾਂ ਦੀ ਪੁਰੀ ਤੇ ਜਾ ਕੇ ਪੁੱਛੋ ਵੀ ਅੱਜ ਕਲਗੀਧਰ ਪਾਤਸ਼ਾਹ ਸਾਖਸ਼ਾਤ ਰੂਪ ਰਹਿੰਦੇ ਇੱਥੇ ਨੇ, ਮਹਾਰਾਜ ਗਏ ਨਹੀਂ ਕਿਤੇ। ਪਰ ਇੱਕ ਭਾਵਨਾ ਹੁੰਦੀ ਹੈ ਸਿੱਖ ਦੀ, ਜਿਵੇਂ ਮਹਾਰਾਜ ਨੇ ਕਿਹਾ ਸੀ ਮੈਂ 15 ਤੇ 16 ਪੋਹ ਨੂੰ 2 ਦਿਨ ਆ ਜਾਓ ਜੇ ਮੈਨੂੰ ਮਿਲਣਾ ਹੋਣਾ ਮੂਲਵਾਲ ਦੀ ਧਰਤੀ ਤੇ ਇਹਨਾਂ ਦਿਨਾਂ ਵਿੱਚ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਆ ਜਾਓ ਖਾਲਸਾ ਜੀ ਤਖਤ ਸਾਹਿਬ ਦੇ ਉੱਤੇ ਜੇ ਤੁਸੀਂ ਮੇਰੇ ਦਰਸ਼ਨ ਕਰਨੇ ਹੋਣ। ਹੋਲੇ ਮਹੱਲੇ ਵਾਲੇ ਦਿਨ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਹਿਤਾ ਸੀ ਖਾਲਸਾ ਜੀ ਆ ਜਾਓ ਜੇ ਮੈਨੂੰ ਮਿਲਣਾ ਹੋਣਾ ਤਾਂ ਉਸ ਧਰਤੀ ਉੱਤੇ ਆਪਣੇ ਸਰੀਰਕ ਰੂਪ ਦੇ ਵਿੱਚ ਨਿਰਗੁਣ ਸਰਗੁਣ ਉਹਨਾਂ ਰੂਪਾਂ ਦੇ ਵਿੱਚ ਤੁਹਾਨੂੰ ਸਾਹਮਣੇ ਦਰਸ਼ਨ ਹੋ ਜਾਣਗੇ। ਮੈਂ ਉਸ ਧਰਤੀ ਤੇ ਹਰ ਵਕਤ ਜਿਹੜਾ ਵਸਦਾ ਹੈ ਮੇਰਾ ਖਾਲਸਾ ਰੰਗਾਂ ਦੇ ਵਿੱਚ ਵਸਦਾ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਕਿਉਂਕਿ ਧਾ ਦੇ ਕੇ ਇਸ ਤਰ੍ਹਾਂ ਇਕੱਠ ਕਰਕੇ ਸੰਗਤਾਂ ਹੋਲੇ ਮਹੱਲੇ ਤੇ ਜਾਂਦੀਆਂ, ਮਨ ਵਿੱਚ ਕਹਿੰਦੀਆਂ ਜਾਂਦੀਆਂ ਨੇ ਚੱਲ ਚੱਲੀਏ ਆਨੰਦਪੁਰ ਨੂੰ, ਉੱਥੇ ਤਾਂ ਵਸਦੇ ਕਲੰਗੀਆਂ ਵਾਲੇ।
ਚੱਲੀਏ ਆਨੰਦਪੁਰ ਨੂੰ, ਉੱਥੇ ਰਹਿੰਦੇ ਕਲਗੀਆਂ ਵਾਲੇ। ਚੱਲ ਚੱਲੀਏ ਆਨੰਦਪੁਰ ਨੂੰ, ਜਿੱਥੇ ਵਸਦੇ ਕਲਗੀਆਂ ਵਾਲੇ। ਚੱਲ ਚੱਲੀਏ ਆਨੰਦਪੁਰ ਨੂੰ, ਜਿੱਥੇ ਵਸਦੇ ਕਲਗੀਆਂ ਵਾਲੇ। ਚੱਲੀਏ ਆਨੰਦਪੁਰ ਨੂੰ, ਉੱਥੇ ਵਸਦੇ ਕਲਗੀਆਂ ਵਾਲੇ। ਚੱਲ ਚੱਲੀਏ ਆਨੰਦਪੁਰ ਨੂੰ, ਜਿੱਥੇ ਵਸਦੇ ਕਲਗੀਆਂ ਵਾਲੇ। ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਚਲਿਆ ਗਿਆ, ਸ਼ਹੀਦੀ ਪ੍ਰਾਪਤ ਕਰ ਗਿਆ। ਜੰਗ ਹੋ ਰਿਹਾ ਹੈ, ਇੱਧਰੋਂ ਤੀਰ ਵੱਜਦੇ ਨੇ। ਵਿਦਵਾਨਾਂ ਦੀ ਅੱਡੋ ਅੱਡੀ ਰਾਏ ਹੈ, ਚਲੋ ਤਾਰੇ ਗਿਨੀ ਜਾਤ ਹੈ ਨਾ ਤਾਰੇ ਗਿਨਾਤ ਹੀ। 392 ਤੀਰ, 392 ਫੱਟ ਸ਼ਸਤਰਾਂ ਦੇ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਦੇ ਲੱਗੇ। ਮੈਦਾਨੇ ਜੰਗ ਵਿੱਚ ਆਖਰੀ ਵਾਰੀ ਸ਼ਹੀਦੀ ਪ੍ਰਾਪਤ ਕਰ ਗਏ। ਤੇ ਨਾਲ ਫਿਰ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਸਾਡਾ ਜੈਕਾਰਾ ਲਾਇਆ ਧੰਨ ਬਾਬਾ ਅਜੀਤ ਸਿੰਘ ਨੇ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਬਾਗ ਅਜੀਤ ਸਿੰਘ ਮਹਾਰਾਜ ਜੀ ਉੱਚੀ ਗੜੀ ਉੱਤੇ ਹੱਲਾ ਸ਼ੇਰੀ ਦੇ ਰਹੇ ਨੇ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੈਕਾਰਾ ਛੱਡ ਦਿੱਤਾ। ਧੰਨ ਹੈ ਬਾਬਾ ਅਜੀਤ ਸਿੰਘ, ਤੂੰ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਲਾ ਦਿੱਤੀ। ਉਹਨਾਂ ਗੁਰੂਆਂ ਦੇ ਆਹ ਦਿਨ ਜਿਹੜੇ ਅੱਜ ਦੇ 9 ਅਪ੍ਰੈਲ, 10 ਅਪ੍ਰੈਲ, 11 ਅਪ੍ਰੈਲ, 12 ਅਪ੍ਰੈਲ, 13 ਅਪ੍ਰੈਲ, ਕਿ 13 ਅਪ੍ਰੈਲ ਵਾਲੇ ਦਿਨ ਅੱਡੋ ਅੱਡੀ ਇਤਿਹਾਸਾਂ ਦੀ ਰਾਇ। ਇੱਕ ਇਤਿਹਾਸ ਲਿਖਦਾ ਮਹਾਰਾਜ ਨੇ ਕਮਰ ਕਸਾ ਵਧਾਇਆ ਸੀ ਇਸ ਦਿਨ। ਇਸ ਤੱਕ ਸਾਬਤ ਉੱਤੇ ਬੈਠ ਕੇ ਮਹਾਰਾਜ ਨੇ ਕਮਰ ਕਸਾ ਵਧਾ ਕੇ ਕਹਿਤਾ ਅੱਜ ਤੋਂ ਮੈਂ ਜੰਗ ਯੁੱਧ ਨਹੀਂ ਕਰਨੇ। ਫਿਰ ਛੋਟੇ ਸਾਹਿਬਜ਼ਾਦੇ ਦੀ ਵਾਰੀ ਆਈ। ਦੇਖ ਲੋ ਪੁੱਤਰ ਸ਼ਹੀਦ ਮੇਰੇ ਹੋ ਗਏ ਮੈਦਾਨ ਵਿੱਚ, ਮੈਂ ਵੀ ਖੁਸ਼ ਹੋਇਆ ਸਿਰ ਲਾ ਕੇ ਤੇਰਾ ਭਾਰ ਜੀ। ਪੁੱਤਰ ਸ਼ਹੀਦ ਹੁੰਦੇ ਹੋਣ ਤੇ ਕਲਗੀਆਂ ਵਾਲਾ ਜਕਾਰੇ ਛੱਡੇ, ਸਾਡੇ ਪੁੱਤਰ ਦੇ ਸੱਟ ਵੱਜਦੀ ਹੋਵੇ ਤੇ ਅਸੀਂ ਵੇਖ ਲੋ ਫਿਰ ਜਕਾਰੇ ਛੱਡਾਂਗੇ, ਚੀਕਾਂ ਨਿਕਲਣਗੀਆਂ ਸਾਡੀਆਂ। ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਬਈ ਬੋਲੇ ਸੀ ਜਕਾਰੇ ਗੁਰਾਨੇ। ਦੇਖ ਕੇ ਬਈ ਬੋਲੇ ਸੀ ਜਕਾਰੇ ਗੁਰਾਨੇ। ਲਾਲ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਬੋਲੇ ਸੀ ਜਕਾਰੇ ਗੁਰਾਨੇ। ਸ਼ਹੀਦ ਹੁੰਦਿਆਂ ਦੇਖ ਕੇ ਬੋਲੇ ਸੀ ਜਕਾਰੇ ਗੁਰਾਨੇ। तेरा तुझको सौंपते, तेरा तुझको सौंपते, तेरा तुझको सौंपते, तेरा तुझको सौंपते, तुझको सौंपते, तेरा तुझको सौंपते। क्या लागे मोरा तेरा तुझको, तेरा तुझको सौंपते। क्या लागे मेरा तेरा तुझको सौंपते, तेरा तुझको सौंपते। क्या लागे मेरा तेरा तुझको सौंपते, तेरा तुझको सौंपते। वीर मेरा मुझ में कुछ नहीं, जो कुछ है सो तेरा, तेरा तुझको सौंपते क्या लागे मेरा। धन कलगीधर पातशाह महाराज, छोटा साहिबजादा ਵੱਡਾ ਸਾਹਿਬਜ਼ਾਦਾ ਸ਼ਹੀਦ ਕਰਵਾ ਕੇ ਮਹਾਰਾਜ ਫਿਰ ਆਪ ਗੜੀ ਚਮਕੌਰ ਛੱਡ ਕੇ ਫਿਰ ਆ ਮਾਲਵੇ ਦੀ ਧਰਤੀ ਨੂੰ ਤਾਰਦਿਆਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵੇਖੇ।
जिथे महाराज जी ने आके फिर कल अर्ज करी सी। पहला विसाखी का दिहाड़ा गोंदवाल साहब की धरती जिथे बौली साहब बनी, अज जाओ 84 पौड़ियां वाली बौली। बौली का भाव खूह। इस तरह पानी सीधा खिंचना उन्होंने खूह कह देंगे ने, ते ओदे जतना द्वारा थले जाके पानी के कोले पहुँच जाना उन्होंने बौली कहते हैं। गुरु अमरदास महाराज जी ने फिर बौली की सेवा करवाई। कड़ भन्निया भाई मानक चंद नूं सेवा बख्शी। विसाखी का दिहाड़ा सन 1978 दे विच ਉਹ ਨਿਰੰਕਾਰੀ ਕਾਂਡ ਹੋਇਆ। 13.5 ਸਿੱਖ ਸ਼ਹੀਦ ਕੀਤੇ ਗਏ। ਵਿਸਾਖੀ ਦਾ ਦਿਹਾੜਾ ਧੰਨ ਕਲਗੀਧਰ ਪਾਤਸ਼ਾਹ ਜੇ 1699 ਦੀ ਵਿਸਾਖੀ ਨੂੰ ਖਾਲਸਾ ਪੈਦਾ ਕੀਤਾ। ਉਹ ਵੀ ਪਵਿੱਤਰ ਦਿਹਾੜਾ ਵਿਸਾਖੀ ਦਾ। ਤੇ ਚੌਥਾ ਤਿਹਾਰ ਫਿਰ ਇਹ ਸਾਡਾ ਮਾਲਵੇ ਦਾ ਬੜਾ ਪ੍ਰਸਿੱਧ ਹੈ। ਇਸ ਦਿਨ ਭਾਵੇਂ ਵਾਢੀ ਦਾ ਬਹੁਤਾ ਜ਼ੋਰ ਹੁੰਦਾ ਹੈ, ਪਰ ਫਿਰ ਵੀ ਸੰਗਤਾਂ ਜਾ ਕੇ आनंदपुर वाहिगुरु जी साबो की तलवंडी दमदमा साहब कई पहला चले जाते हैं, कई मगरों जाते हैं, कई दिन दे दिन जाते हैं, क्योंकि भीड़ बहुती हुंदी है। पर जिन्हां दे कर्म च चलो जाके संगतां नतमस्तक हुंदियां ने उस पवित्र स्थान दे उत्ते। वड्डे भाग हन भाई अंमृत वेले उठ के गुरु दे चरणों दे विचों ते हाजरी भर के अपनी जीवन सफला करिए। महाराज किरपा करन। हुण तां ठीक है, मौसम भी बड़ा वधिया है करके ठीक है, भावे काम का जोर है, पर फिर भी चलो जिन्हां कोल समय वो जरूर अपना समा जिहड़ा ना बनता। ये दसबंध है साडा, ये नहीं भी गुरुद्वारे आ के मत्था टेक के देग लैके मुड़ गए सी वापस, नहीं। ये साडे एक सवासां दा दसबंध है। जिवें तुसीं माया का दसबंध दिंदे हो ना, गुरु घर दे विच गोलक विच माया का दसबंध पाउणे हो, इसे तरह सवासां दा भी एक दसबंध है। माया का दसबंध हो गया, सवासां दा दसबंध हो गया। ये समय अनुसार मनुख कढ़ी जाए फिर ब्याज नहीं लगता है। फिर ब्याज लग जाता, फिर ब्याज लग जाता, उस तो बाद गाहां वाधा वाधा इकट्ठा हो जाता। बाला साडा जिहड़ियां किस्तां बालियां इकट्ठियां हो जांदियां ने, फिर रब किसी ना किसी लुट होर लुट कढ़दा है। इस करके ਵੱਡੇ ਭਾਗ ਹਨ। 12 ਤਰੀਕ ਦੀ ਮੱਸਿਆ, 13 ਦੀ ਜਿਹੜੀ ਉਹ ਸੰਗਰਾਂਦ ਦਾ ਦਿਹਾੜਾ ਹੈ, ਤੇ ਸਰਬ ਸੰਗਤਾਂ ਹਾਜ਼ਰੀਆਂ ਭਰ ਕੇ ਵੱਧ ਚੜ ਕੇ ਜੀਵਨ ਸਫਲ ਬਣਾਉਣ। ਰਾਮਕਲੀ ਵਾਲਾ ਤੀਜਾ नंद को ओंकार सतगुरु प्रसाद आनंद पया मेरी माँ। सतगुरु ता पाया सहज देती मन बजिया होदाया। राग रतन परवार परिया शब्द गावने अब हरि के राम मन जिने बधाया। कह नानक आनंद होवा सतगुरु में पाया। ए मन मेरे तू सदा रहो हर नाले। हर नाल रहो तू मन मेरे दुख सब विसारना। विकार करे तेरा सुधारना। सतनगला समरथ स्वामी सो क्यों मनो विसारे। कह नानक मन मेरे सदा रोर नाले। साचे साहिबा क्या नहीं कर तेरे। तेरे सब कुछ है जिसदे सो पारो। सिफत सलाह तेरी
ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਲਬਦ ਗੁਨੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨਾਈ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ। ਸਤ ਨਾਮ ਆਧਾਰ ਮੇਰਾ ਜਿਨ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨੀ ਇੱਛਾ ਸਭ ਸੁਝਾਈਆਂ। ਗੁਰੂ ਬਨ ਕੀਤਾ ਗੁਰੂ ਬਿਟੋ ਜਿਨੇ ਵਡਿਆਈਆਂ। ਕਹਿ ਨਾਨਕ ਸੁਣੋ ਸੰਦੋ ਸ਼ਬਦ ਕਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸਭਾਗੈ। ਖਰਚ ਪਕ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਦੂਤ ਤੁਧ ਬਸ ਕੀਤੇ ਕਾਲ ਗੰਡਕ ਮਾਰਿਆ। ਆਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ। ਸਦਾ ਕੋ ਆਦਿਤ ਕਰ ਅਨਾਦ ਭਾਗੇ। ਅੰਤ ਸਨੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਜਗਲ ਬਦੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਜਨ ਪਏ ਦਰਦ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।